ਹੈਲੋ ਪਿਆਰੇ ਬੱਚਿਓ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਰੇ ਬੱਚੇ ਠੀਕ ਠਾਕ ਨੇ? ਬਹੁਤ ਅੱਛਾ ਬੇਟਾ। ਮੈਂ ਵੀ ਬੇਟਾ ਆਪਣੇ ਘਰ ਦੇ ਵਿੱਚ ਸੇਫ, ਸੁਰੱਖਿਅਤ ਅਤੇ ਠੀਕ ਠਾਕ ਹਾਂ। ਆਸ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਡੀ ਸਿਹਤਯਾਬੀ ਇਸ ਤਰ੍ਹਾਂ ਬਣਾਈ ਰੱਖੇ। ਤੁਸੀਂ ਵੀ ਘਰਾਂ ਦੇ ਵਿੱਚ ਸੇਫ ਰਹੋ, ਹਦਾਇਤਾਂ ਦੀ ਪਾਲਣਾ ਕਰਦੇ ਰਹੋ, ਲਗਾਤਾਰ ਹੱਥਾਂ ਨੂੰ ਧੋਂਦੇ ਰਹੋ, ਮਾਸਕ ਦੀ ਵਰਤੋਂ ਕਰੋ, ਭਰਪੂਰ ਖੁਰਾਕ ਜਿਹੜੀ ਆ ਲਓ। ਵਿਟਾਮਿਨ ਸੀ ਨਾਲ ਸੰਬੰਧਿਤ ਜਿਹੜੀਆਂ ਗੋਲੀਆਂ ਨੇ, ਟੈਬਲੇਟਸ ਨੇ, ਉਹ ਵੀ ਖਾਓ ਅਤੇ ਉਹਨਾਂ ਨਾਲ ਸੰਬੰਧਿਤ ਜਿਹੜਾ ਫਲ ਆ ਉਹ ਜ਼ਰੂਰ ਖਾਓ। ਟਮਾਟਰ ਖਾਓ, ਠੀਕ ਹੈ। ਔਰ ਸੁਰੱਖਿਅਤ ਰਹੋ, ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ, ਘਰਾਂ 'ਚ ਰਹੋ, ਸੇਫ ਰਹੋ। ਸਾਰੇ ਅਧਿਆਪਕ ਸਾਥੀਆਂ ਦਾ ਸਵਾਗਤ। ਕਿਰਪਾ ਕਰਕੇ ਇਸ ਵੀਡੀਓ ਨੂੰ 5ਵੀਂ ਕਲਾਸ ਦੇ ਵਿਦਿਆਰਥੀਆਂ ਤੱਕ ਜ਼ਰੂਰ ਸ਼ੇਅਰ ਕਰਿਓ, ਕਿਉਂਕਿ ਜਿਹੜਾ ਪਾਠ ਹੈ ਉਹਦੀ ਤਿਆਰੀ ਜ਼ਰੂਰੀ ਹੈ। ਕਿਉਂਕਿ ਜਿਹੜਾ ਪੋਸਟ ਟੈਸਟ ਹੈ ਉਹਦੇ ਵਿੱਚ ਇਸ ਦੀ ਬੜੀ ਲੋੜੀਂਦੀ ਜਗ੍ਹਾ ਹੈ, ਸਥਾਨ ਹੈ। ਇਸ ਤੋਂ ਬਗੈਰ ਜਿਹੜਾ ਹੈ ਇਹ ਪਾਠ ਕੰਪਲੀਟ ਨਹੀਂ ਹੋਏਗਾ, ਟੈਸਟ ਕੰਪਲੀਟ ਵੀ ਨਹੀਂ ਹੋਏਗਾ। ਸੋ ਮਾਪੇ ਵੀ, ਵੱਡੇ ਭੈਣ ਭਰਾ ਵੀ ਜਿਹੜੇ ਜੁੜੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅੱਜ ਸਾਡੇ ਕੋਲ ਪਾਠ 8 ਹੈ, ਜਿਹਦੇ ਬਾਰੇ ਗੱਲ ਕਰਾਂਗੇ। ਚਿੜੀਆ ਘਰ। ਬੇਟਾ ਚਿੜੀਆ ਘਰ ਕਿਸ ਨੂੰ ਕਹਿੰਦੇ ਨੇ? ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਜਿੱਥੇ ਵੱਖ-ਵੱਖ ਜਾਨਵਰ ਜਿਹੜੇ ਨੇ ਉਹ ਇਕੱਠੇ ਰੱਖੇ ਜਾਂਦੇ ਨੇ, ਉਹਨਾਂ ਦੀ ਸੰਭਾਲ ਕੀਤੀ ਜਾਂਦੀ ਹੈ। ਲੋਕਾਂ ਦੇ ਮਨੋਰੰਜਨ ਵਾਸਤੇ ਵੀ ਉਹਨਾਂ ਨੂੰ ਵਿਖਾਇਆ ਜਾਂਦਾ ਹੈ। ਬੱਚੇ ਡਿਸਕਵਰੀ ਕਰਦੇ ਨੇ, ਖੋਜਾਂ ਕਰਦੇ ਨੇ ਕਿ ਜਾਨਵਰ ਕੀ ਕੀ ਖਾਂਦੇ ਨੇ, ਕੀ ਪੀਂਦੇ ਨੇ, ਕਿਸ ਤਰ੍ਹਾਂ ਇਹਨਾਂ ਦਾ ਰਹਿਣ ਸਹਿਣ ਹੈ। ਇਹ ਸਾਰਾ ਕੁਛ ਜਿਹੜਾ ਹੈ ਚਿੜੀਆ ਘਰ 'ਚ ਸਾਨੂੰ ਵੇਖਣ ਨੂੰ ਮਿਲ ਜਾਂਦਾ ਹੈ। ਚੰਡੀਗੜ੍ਹ ਦੇ ਵਿੱਚ ਮਸ਼ਹੂਰ ਚਿੜੀਆ ਘਰ ਜਿਹੜਾ ਹੈ ਉਹ ਛੱਤਬੀੜ ਹੈ, ਜਿਸ ਬਾਰੇ ਇਹ ਕਵਿਤਾ ਪੂਰਨ ਤੌਰ 'ਤੇ ਉਸ ਨੂੰ ਡੈਡੀਕੇਟਡ ਹੈ, ਛੱਤਬੀੜ ਨੂੰ। ਔਰ ਉਹਦਾ ਜ਼ਿਕਰ ਵੀ ਆਏਗਾ ਛੱਤਬੀੜ ਦਾ। ਔਰ ਛੱਤਬੀੜ ਜਿਹੜੀ ਹੈ ਇਹ ਚਿੜੀਆ ਘਰ ਕਰਕੇ ਮਸ਼ਹੂਰ ਜਗ੍ਹਾ ਮੰਨੀ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ। ਸੋ ਬੱਚਿਓ, ਚਲੋ ਜਲਦੀ ਨਾਲ ਕਵਿਤਾ ਜਿਹੜੀ ਆ ਉਹ ਸ਼ੁਰੂ ਕਰਦੇ ਹਾਂ। ਆਸ ਕਰਦਾ ਕਿ ਸਾਰਿਆਂ ਨੇ ਕਿਤਾਬਾਂ ਆਪਣੀਆਂ ਕੱਢੀਆਂ ਹੋਣਗੀਆਂ, ਪਾਠ ਨੰਬਰ 8 ਕੱਢਿਆ ਹੋਏਗਾ। ਇਸ ਕਵਿਤਾ ਨੂੰ ਪੜ੍ਹਨ ਤੋਂ ਪਹਿਲਾਂ ਇੱਕ ਗੱਲ ਹੋਰ, ਕਿ ਕਵਿਤਾ ਨੂੰ ਤੁਸੀਂ ਅਲੱਗ-ਅਲੱਗ ਲੈਅ ਦੇ ਵਿੱਚ ਪੜ੍ਹ ਸਕਦੇ ਹੋ। ਜ਼ਰੂਰੀ ਨਹੀਂ ਕਿ ਜਿਸ ਤਰ੍ਹਾਂ ਮੈਂ ਪੜ੍ਹਾਂਗਾ ਤੁਸੀਂ ਵੀ ਉਸ ਤਰ੍ਹਾਂ ਹੀ ਪੜ੍ਹਨਾ, ਤੁਸੀਂ ਆਪਣੀ ਵੱਖਰੀ ਲੈਅ ਚੁਣ ਸਕਦੇ ਜੀ, ਠੀਕ ਹੈ। ਸੋ ਚਲੋ ਚਿੜੀਆ ਘਰ ਕਵਿਤਾ ਜਿਹੜੀ ਆ ਉਸ ਨੂੰ ਗਾਇਨ ਕਰਦੇ ਹਾਂ। ਆਓ ਸਾਰੇ ਬਾਲ ਛੱਤਬੀੜ ਚੱਲੀਏ, ਹਾਣੀਆਂ ਦੇ ਨਾਲ ਅੱਗੇ ਹੋ ਕੇ ਰਲੀਏ। ਰੱਖਾਂ ਵਿੱਚ ਸ਼ੇਰ, ਬਾਂਦਰ ਪਿੰਜਰੇ ਵਿੱਚ ਬੰਦ, ਜੰਗਲਾਂ ਦੇ ਜੀਵ ਕਿਵੇਂ ਮਾਣਦੇ ਆਨੰਦ। ਅੱਗੇ ਪੇਜ ਨੰਬਰ 47 ਹੈ ਬੇਟਾ। ਬਣ ਮਾਨਸ ਵੇਖੋ ਸਾਡੇ ਵਾਂਗ ਚੱਲਦਾ, ਕੱਢਦਾ ਆਵਾਜ਼ ਜਿਵੇਂ ਢੋਲ ਵੱਜਦਾ। ਹਿਰਨਾਂ ਦੀ ਡਾਰ ਭਰੇ ਚੁੰਗੀਆਂ ਪਈ, ਹਰਾ ਭਰਾ ਚਾਰਾ ਨਾਲੇ ਡਰ ਕੋਈ ਨਹੀਂ। ਮਗਰਮੱਛ ਵੇਖੋ ਕੋਸੀ ਧੁੱਪ ਸੇਕਦੇ, ਇਹ ਵੀ ਸਾਡੇ ਵੱਲ ਲੁਕ ਛੁਪ ਵੇਖਦੇ। ਬਾਗ ਤੇ ਬਘੇਲੇ ਵੇਖ ਡਰ ਜਾਈਦਾ, ਭੁੱਲ ਕੇ ਨਾ ਪਿੰਜਰੇ ਵਿੱਚ ਹੱਥ ਪਾਈਦਾ। ਬਾਰਾਂਸਿੰਗੇ ਵੇਖ ਕਥਾ ਯਾਦ ਆਉਂਦੀ, ਸੋਹਣੀ ਉਹ ਚੀਜ਼ ਜਿਹੜੀ ਕੰਮ ਆਉਂਦੀ। ਲੱਕੜ ਬੱਗਾ ਨਹੀਂਓ ਸਾਡੇ ਵੱਲ ਤੱਕਦਾ, ਆਖਦਾ ਸੀ ਤਾਇਆ ਇਹ ਤਾਂ ਬੱਚੇ ਚੱਕਦਾ। ਅੱਗੇ ਪੇਜ ਨੰਬਰ 48 ਹੈ ਬੇਟਾ। ਹੰਪ ਵਿੱਚ ਹੰਸ ਤਰਦੇ, ਕੈਦ ਨੇ ਵਿਚਾਰੇ ਨਾ ਉਡਾਰੀ ਭਰਦੇ। ਸੁਨਹਿਰੀ ਚੁੰਝ ਵਾਲੀ ਮੈਨਾ ਹੈ ਪਹਾੜ ਦੀ, ਸੁਨੇਹਾ ਕੋਈ ਦੇਵੇ ਮੈਨੂੰ ਆਵਾਜ਼ ਮਾਰਦੀ। ਅੱਧ ਸੁੱਤਾ ਉੱਲੂ
ਸਾਡੇ ਵੱਲ ਝਾਕਦਾ, ਮਨ ਵਿੱਚ ਇਹ ਵੀ ਸਾਨੂੰ ਉੱਲੂ ਆਖਦਾ। ਗੁਟਕਦੇ ਕਬੂਤਰ ਕਿਵੇਂ ਘੇਰੇ ਕੱਢਦੇ, ਜਾਪਦਾ ਏ ਜਿਵੇਂ ਕੋਈ ਨਾਚ ਨੱਚਦੇ। ਪੰਛੀਆਂ ਦਾ ਰਾਜਾ ਮੋਰ ਪਹਿਲ ਪਾਉਂਦਾ, ਝੂਠ ਹੈ ਗੁਟਾਰਾਂ ਨਾਲ ਰੁੱਸ ਜਾਵਦਾ। ਨਿੱਕੀ ਜਿਹੀ ਝੀਲ ਵਿੱਚ ਪੱਤੇ ਨੇ ਚੜੇ, ਬਗਲੇ ਭਗਤ ਵਿੱਚ ਕਿਵੇਂ ਨੇ ਖੜੇ। ਅੱਗੇ ਹੈ ਬੇਟਾ ਪੇਜ ਨੰਬਰ 49। ਉਦਾਸ ਕੁੱਕੜ ਇੱਕ ਜੰਗਲੀ, ਵੇਖਣ ਹੀ ਵਾਲੀ ਇਹਦੀ ਦਿੱਖ ਰੰਗਲੀ। ਲੂੰਬੜੀ ਨੂੰ ਵੇਖ ਬਾਤ ਯਾਦ ਆਉਂਦੀ ਏ, ਕਾਵਾਂ ਨੂੰ ਗਵਈਆ ਆਖ ਠੱਗ ਜਾਂਦੀ ਏ। ਸਹੇ ਖਰਗੋਸ਼ ਲੰਮੀ ਛਾਲ ਮਾਰਦੇ, ਕਦੇ ਕਦੇ ਭਾਵੇਂ ਕੱਛੂ ਕੋਲੋਂ ਹਾਰਦੇ। ਪੰਛੀਆਂ ਨੂੰ ਕੈਦ ਭੁੱਲ ਕੇ ਨਾ ਕਰਨਾ, ਪਿੰਜਰੇ 'ਚ ਰਹਿਣ ਨਾਲੋਂ ਚੰਗਾ ਮਰਨਾ। ਸੋ ਇਹ ਸੀ ਬੇਟਾ ਕਵਿਤਾ, ਸੋਹਣੀ ਲੱਗੀ ਨਾ। ਸਾਰੇ ਪੰਛੀਆਂ ਅਤੇ ਜਾਨਵਰਾਂ ਬਾਰੇ ਤਕਰੀਬਨ ਜਾਣਕਾਰੀ ਤੁਹਾਨੂੰ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਰਹਿੰਦੇ ਨੇ, ਕੀ ਕਰਦੇ ਨੇ, ਕਿਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਨੇ ਇਹਨਾਂ ਦੀਆਂ। ਔਰ ਅਖੀਰ ਵਿੱਚ ਦੱਸਿਆ ਗਿਆ ਕਿ ਸਾਨੂੰ ਇਹਨਾਂ ਪੰਛੀਆਂ ਨੂੰ ਕੈਦ ਨਹੀਂ ਕਰਨਾ ਚਾਹੀਦਾ, ਜਾਨਵਰਾਂ ਨੂੰ ਕੈਦ ਨਹੀਂ ਕਰਨਾ ਚਾਹੀਦਾ। ਠੀਕ ਹੈ ਬੇਟਾ। ਸੋ ਅੱਗੇ ਦੇਖਦੇ ਹਾਂ। ਔਖੇ ਸ਼ਬਦ ਨੇ ਬੇਟਾ, ਇਹਨਾਂ ਬਾਰੇ ਥੋੜ੍ਹੀ ਜਾਣਕਾਰੀ ਲਵਾਂਗੇ, ਫਿਰ ਅੱਗੇ ਚੱਲਾਂਗੇ। ਛੱਤਬੀੜ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਚੰਡੀਗੜ੍ਹ ਦੀ ਮਸ਼ਹੂਰ ਚਿੜੀਆ ਘਰ ਹੈ। ਇਹ ਇੱਕ ਪਿੰਡ ਦਾ ਨਾਂ ਹੈ। ਠੀਕ ਹੈ। ਇਸ ਪਿੰਡ ਦੇ ਬਾਹਰ ਇੱਕ ਬੀੜ ਹੈ, ਇੱਥੇ ਚਿੜੀਆ ਘਰ ਹੈ। ਠੀਕ ਹੈ। ਇਸ ਨੂੰ ਛੱਤਬੀੜ ਚਿੜੀਆ ਘਰ ਕਿਹਾ ਜਾਂਦਾ ਹੈ। ਅੱਗੇ ਹੈ ਰੱਖ। ਰੱਖ ਹੁੰਦਾ ਬੇਟਾ ਛੋਟਾ ਜਿਹਾ ਜੰਗਲ, ਜਿੱਥੇ ਜਾਨਵਰਾਂ ਨੂੰ ਰੱਖਿਆ ਜਾਂਦਾ ਹੈ। ਆਨੰਦ ਖੁਸ਼ੀ ਹੁੰਦੀ ਹੈ। ਸ਼ੰਭ ਹੁੰਦਾ ਹੈ ਤਲਾਅ। ਠੀਕ ਹੈ। ਬਣ ਮਾਨਸ ਹੁੰਦਾ ਹੈ ਮਨੁੱਖ ਦੀ ਸ਼ਕਲ ਵਰਗਾ ਹੀ ਇੱਕ ਜਿਹੜਾ ਹੈ ਜੰਗਲੀ ਜਾਨਵਰ ਹੁੰਦਾ ਹੈ, ਜਿਹੜਾ ਦੋ ਪੈਰਾਂ 'ਤੇ ਖੜ੍ਹਾ ਹੋ ਕੇ ਤੁਰਦਾ। ਸ਼ਕਲ ਵੀ ਉਹਦੀ ਤਕਰੀਬਨ ਹੱਥ ਵੀ ਮਨੁੱਖ ਵਰਗੇ ਜਿਹੜੇ ਆ ਉਹ ਹੁੰਦੇ ਨੇ। ਡਾਰ ਹੁੰਦੀ ਹੈ ਬੇਟਾ ਜਦੋਂ ਪੰਛੀ ਇਕੱਠੇ ਹੋ ਕੇ ਆਕਾਸ਼ 'ਚ ਉੱਡਦੇ ਨੇ, ਉਹਨਾਂ ਨੂੰ ਡਾਰ ਕਹਿ ਦਿੱਤਾ ਜਾਂਦਾ। ਔਰ ਚੁੰਗੀਆਂ ਹੁੰਦੀਆਂ, ਜਿਹੜੇ ਹਿਰਨ ਜਦੋਂ ਛਲਾਂਘਾਂ ਮਾਰਦੇ ਨੇ ਇਕੱਠੇ ਹੋ ਕੇ ਨੱਚਦੇ ਕੁੱਦਦੇ ਨੇ, ਉਹਨਾਂ ਨੂੰ ਚੁੰਗੀਆਂ ਕਹਿੰਦੇ ਨੇ। ਠੀਕ ਹੈ ਬੇਟਾ। ਅੱਗੇ ਪੇਜ ਨੰਬਰ 50 'ਤੇ ਚੱਲਦੇ ਹਾਂ। ਸੋ ਇਹ ਬੇਟਾ 50 ਨੰਬਰ ਪੇਜ 'ਤੇ ਅਸੀਂ ਆ ਗਏ ਹਾਂ। ਕੁਛ ਜ਼ੁਬਾਨੀ ਪ੍ਰਸ਼ਨ ਨੇ ਅਭਿਆਸ ਵਾਸਤੇ, ਉਹ ਤੁਹਾਡੇ ਸਾਹਮਣੇ ਨੇ। ਪਹਿਲਾਂ ਉਹ ਕਰਦੇ ਹਾਂ। ਪਹਿਲਾ ਹੈ ਛੱਤਬੀੜ ਚਿੜੀਆ ਘਰ ਕਿੱਥੇ ਹੈ। ਇਸ ਤਰ੍ਹਾਂ ਮੈਂ ਤੁਹਾਨੂੰ ਵੈਸੇ ਪਹਿਲਾਂ ਹੀ ਦੱਸਤਾ ਕਿ ਚੰਡੀਗੜ੍ਹ ਹੈ, ਪਰ ਕਿਉਂਕਿ ਪਾਠ ਵਿੱਚ ਚੰਡੀਗੜ੍ਹ ਦਾ ਨਾਂ ਨਹੀਂ ਲਿਆ ਗਿਆ, ਇਸ ਕਰਕੇ ਆਪਾਂ ਕਹਾਂਗੇ ਕਿ ਛੱਤਬੀੜ ਚਿੜੀਆ ਘਰ ਜਿਹੜਾ ਹੈ ਛੱਤਬੀੜ ਪਿੰਡ ਵਿੱਚ ਹੈ। ਠੀਕ ਹੈ। ਦੂਸਰਾ ਹੈ ਬਣ ਮਾਨਸ ਕੀ ਹੁੰਦਾ ਹੈ। ਇਹ ਵੀ ਬਾਰੇ ਮੈਂ ਤੁਹਾਨੂੰ ਦੱਸਿਆ ਕਿ ਬਣ ਮਾਨਸ ਆਪਾਂ ਔਖੇ ਸ਼ਬਦਾਂ 'ਚ ਪੜ੍ਹਿਆ ਕਿ ਮਨੁੱਖ ਵਰਗਾ ਜਾਂ ਮਨੁੱਖ ਦੀ ਸ਼ਕਲ ਵਰਗਾ ਹੀ ਇੱਕ ਜਾਨਵਰ ਹੁੰਦਾ ਹੈ। ਹਿਰਨ ਵਾਂਗ ਛਾਲਾਂ ਮਾਰਨ ਨੂੰ ਕੀ ਕਹਿੰਦੇ ਨੇ। ਹਿਰਨ ਵਾਂਗ ਛਾਲਾਂ ਮਾਰਨ ਨੂੰ ਚੁੰਗੀਆਂ ਭਰਨਾ ਕਹਿੰਦੇ ਨੇ। ਇਹ ਵੀ ਪੜ੍ਹਿਆ ਸੀ ਨਾ ਆਪਾਂ, ਚੁੰਗੀਆਂ ਭਰਨਾ ਹਿਰਨ ਵਾਂਗ ਛਾਲਾਂ ਮਾਰਨਾ ਹੁੰਦਾ ਹੈ। ਕਵਿਤਾ ਨੂੰ ਲੈਅ ਵਿੱਚ ਗਾਓ। ਇਹ ਬੇਟਾ ਹੁਣ ਤੁਸੀਂ ਗਾਉਣੀ ਹੈ, ਕਿਉਂਕਿ ਮੈਂ ਤੁਹਾਨੂੰ ਆਪਣੀ ਲੈਅ ਦੇ ਵਿੱਚ ਸੁਣਾਈ ਹੈ, ਆਪਣੀ ਲੈਅ ਦੇ ਵਿੱਚ ਗਾਈ ਹੈ। ਤੁਸੀਂ ਆਪਣੀ ਲੈਅ ਦੇ ਵਿੱਚ ਵੱਖਰੇ ਤੌਰ 'ਤੇ ਵੱਖਰੀ ਸੁਰ ਦੇ ਵਿੱਚ ਗਾ ਸਕਦੇ ਜੋ। ਠੀਕ ਹੈ। ਇਸ ਤੋਂ ਅੱਗੇ ਹੈ ਬੇਟਾ ਆਪਾਂ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ। ਕਵਿਤਾ ਵਿੱਚ ਕਿਹੜੇ ਚਿੜੀਆ ਘਰ ਦੀ ਗੱਲ ਕੀਤੀ ਗਈ ਹੈ। ਆਪਾਂ ਇਹਦਾ ਉੱਤਰ ਦੇਵਾਂਗੇ ਕਵਿਤਾ ਵਿੱਚ ਛੱਤਬੀੜ ਚਿੜੀਆ ਘਰ ਦੀ ਗੱਲ ਕੀਤੀ ਗਈ ਹੈ। ਚਲੋ ਲਿਖੋ।
बेटा नाल नाल तुसीं लिख सकते हो इसनूं। कविता विच छत बीड़ चिड़िया घर की गल की गई है। अगला है बेटा, इस चिड़िया घर विच किहड़े किहड़े जीव हैं? तुसीं सारे जीव कविता चों लिख सकते हो बेटा। ये दस्सण की लोड़ नहीं, तुसीं सारे कविता चों पढ़ो और सारे जीव लिखो। ठीक है, मगरमच्छ, मोर, उल्लू, चिड़ियाँ, कां, चीते, बघियाड़, ਜਿਹੜੇ भी ਨਾਂ आए ने कविता ਦੇ ਵਿੱਚ ਉਹ ਸਾਰੇ ਤੁਸੀਂ ਇੱਥੇ लिख सकते हो। ठीक है बेटा, दस्सण की जरूरत नहीं है, तुसीं कविता 'ਚ सारे ਨਾਂ पढ़ के इस नूं लिख सकते हो। अगे है पेज नंबर 51। बेटा 3 नंबर क्वेश्चन दस्सिया गया, कविता दीआं आखिरी सतरां विच कवि की दसदा है? सानूं सारिਆਂ ਨੂੰ पता है बेटा कि अखीर ਦੇ ਵਿੱਚ कवि ये गल दसदा है कि सानूं इन्हां जानवरां नूं, पंछियां नूं कदी भी कैद करके नहीं रखना चाहिए। ये कविता के आखिरी बंद सन जिन्हां विच कवि ने गल कीती सी। सो आपां इस नूं लिखांगे आंसर विच, उत्तर विच कि कविता दीआं आखिरी सतरां विच कवि कविता दीआं आखिरी सतरां विच कवि पंछियां नूं कैद ना करन बारे कहंदा है। ठीक है बेटा, उत्तर लिख लो। इस तो जो पहला उत्तर से बेटा जानवरों के नाम तुसीं खुद लिखने ने। मैं फिर दोबारा दस रहा तुहानूं, ये ना क्योंकि आंसर उत्तर नहीं लिखा, क्योंकि जानवरों ते पंछियों के नाम तुसीं कविता दे विचों वेख के लिख सकते हो। अगे है बेटा शब्दों के अर्थ ने, वो देख लैने। छतबीड़, छतबीड़ की है? चिड़ियाघर। आनंद की होंदा बेटा? आनंद आना, मज़ा आना। डार की होंदी है? पंछियां दा झुंड। कथा की होंदी बेटा? कहानी। गुटकदे की होंदे है? बोलदे जां चहकदे, कुछ भी लिख सकते हो।
ਰੱਖਾਂ ਤੁਹਾਨੂੰ ਦੱਸਿਆ ਗਿਆ ਸੀ ਕਵਿਤਾ ਵਿੱਚ, ਰੱਖਾਂ ਨੂੰ ਤਲਾਬ ਕਹਿੰਦੇ ਨੇ, ਟੋਭੇ ਪਾਣੀ ਦੇ ਜਿਹੜੇ ਹੁੰਦੇ ਨੇ। ਸੌਰੀ, ਛੰਭ ਹੁੰਦਾ ਹੈ, ਟੋਭੇ ਤਲਾਬ। ਰੱਖ ਜਿਹੜੀ ਹੈ ਬੇਟਾ ਇਹ ਛੋਟੇ ਜੰਗਲ ਹੁੰਦੇ ਨੇ। ਬਣ ਬਾਨਸ ਮਨੁੱਖ ਵਰਗਾ ਜਾਨਵਰ। ਚੁੰਗੀਆਂ ਕੀ ਹੁੰਦੀਆਂ ਬੇਟਾ? ਚੁੰਗੀਆਂ ਭਰਨੀਆਂ, ਛਲਾਂਗਾਂ ਲਗਾਉਣੀਆਂ। ਇੱਥੇ ਤੱਕ ਲਿਖ ਲਓ ਕਿ ਕੋਈ ਜਾਨਵਰ ਚੁੰਗੀਆਂ ਦੇ ਅੱਗੇ ਆ ਗਿਆ, ਲਿਖਿਆ ਗਿਆ। ਸੋ ਇੱਥੇ ਤੱਕ ਲਿਖੋ, ਪਹਿਲਾਂ ਮਿਟ ਜਾਏਗਾ, ਫਿਰ ਹੀ ਮੈਂ ਅੱਗੇ ਲਿਖਦਾ। चुंगियाँ होंदियां छलांगां, ठीक है। और छंभ मीन्स छोटे तालाब। सो बेटा वीडियो नूं पॉज करके तुसीं पिछले जिहड़े मैं शब्द लिखाए ने सारे लिख सकते हो, ठीक है बेटा। सो अगला है विरोधी शब्द लिखो। चलो विरोधी शब्द कर लेने। कैद होना है, कैद होना होंदा है, जेल च होना या अंदर डके जाना, आज़ाद होना है, इहदा उल्ट, ठीक है। इस तरह ही धुप दा क्या हैगा? छां। सुत्ता जागदा। रुसना मनाउणा। मरना जीना। बंद खुला। तरना डुबना। झूठ सच। हारना जितना। ते चंगा बुरा। चंगे तो तुसी मंदा भी लिख सकते हो, तो भी गलत नहीं होएगा, लेकिन बुरा टुकमा शब्द है, चंगे तो बुरा, ठीक है। सो ये सी बेटा तुहाडे विरोधी शब्द। इतों तक ही बाकी अभ्यास जी आप अगली वीडियो कवर करांगे, क्योंकि वीडियो ज़्यादा लंबा हो जाएगा। कृपा करके सारे बच्चे इसनूं चंगी तरह पक्कियां कापियां ते कर लैन। लैसन नूं, पाठ नूं, कविता नूं 2-3-4 बारी पढ़न। जिहड़ा प्रश्न छुट गया है, जिहड़ा मैं दस्सिया है तुहानूं कि लिखिया नहीं, जानवरों के पंछियों के नाम प्रश्न नंबर 2 दे विच लिखने ने। सो सारे अध्यापकों का बहुत बहुत धन्यवाद जी। वीडियो नूं शेयर जरूर करियो ताकि मनोरथ वीडियो दे जिहड़ा बनाउण दा सफल हो सके, बच्चे तैयारी कर सकन। सो अगली वीडियो फिर मिलांगे। सारिਆਂ ਦਾ बहुत बहुत धन्यवाद। सारिਆਂ नूं सत श्री अकाल जी।